ਸੀਗਾ, ਵਿਸ਼ਾ ਲਿਆ ਸੀਗਾ ਉਹ ਹੈਗਾ ਜਦੋਂ ਕੋਈ ਪਰਮੇਸ਼ਰ ਵੱਲ ਨੂੰ ਮੁੜਦਾ ਆ ਕਿ ਕੀ ਹੁੰਦਾ ਹੈ। ਹਾਲੇਲੂਇਆ, ਹਾਲੇਲੂਇਆ। ਜਦੋਂ ਕੋਈ ਪਰਮੇਸ਼ਰ ਵੱਲ ਮੁੜਦਾ ਆ ਤੇ ਕੀ ਹੁੰਦਾ ਹੈ। ਬਚਨਾ ਪਿਆ ਕਰਨਾ ਕੀ ਹੁੰਦਾ ਹੈ ਜਿਹੜਾ ਸਿੱਖਦੇ। ਪਹਿਲੀ ਗੱਲ ਕੀ ਹੁੰਦੀ ਆ, ਪਰਮੇਸ਼ਵਰ ਦੀ ਕਿਰਪਾ ਤੱਕ ਪਹੁੰਚ ਹੋ ਜਾਂਦੀ ਆ। ਦੂਸਰਾ, ਪਰਮੇਸ਼ਰ ਦੀ ਸੰਤਾਨ ਬਣ ਜਾਂਦੇ ਆ। ਫਿਰ ਉਹਦੇ ਵਾਰਿਸ ਬਣ ਜਾਂਦੇ ਆ। ਫਿਰ ਚੁਣੇ ਜਾਂਦੇ ਆ। ਫਿਰ ਸਵਰਗੀ ਨਾਗਰਿਕ ਬਣ ਜਾਂਦੇ ਆ। ਫਿਰ ਨਾਗਰਿਕ ਬਣ ਜਾਂਦੇ ਆ ਸਵਰਗ ਦੀ। ਫਿਰ ਨਵੀਂ ਸ੍ਰਿਸ਼ਟੀ ਬਣ ਜਾਂਦੇ ਆ। ਨਵੀਂ ਸ੍ਰਿਸ਼ਟੀ ਬਣ ਜਾਂਦੇ ਆ। ਪਰਮੇਸ਼ਵਰ ਦੇ ਦਾਸ ਬਣ ਜਾਂਦੇ ਆ। ਪਰਮੇਸ਼ਰ ਦੇ ਦਾਸ ਬਣ ਜਾਂਦੇ ਆ। ਪਰਮੇਸ਼ਵਰ ਦੇ ਯਾਜਕ ਬਣ ਜਾਂਦੇ ਆ। ਯਾਜਕ ਬਣ ਜਾਂਦੇ ਆ। ਫਿਰ ਪਰਮੇਸ਼ਵਰ ਸੇ ਫਿਰ ਮੇਲ ਹੋ ਜਾਂਦਾ। ਪਰਮੇਸ਼ਰ ਦੇ ਨਾਲ ਕੀ ਹੋ ਜਾਂਦਾ, ਫਿਰ ਮੇਲ ਹੋ ਜਾਂਦਾ। ਹਾਲੇਲੂਇਆ। ਕੀ ਕੁਛ ਹੋ ਜਾਂਦਾ ਵੀ ਪਰਮੇਸ਼ਵਰ ਨਾਲ ਜਦੋਂ ਕੋਈ ਪਰਮੇਸ਼ਰ ਵੱਲ ਮੁੜਦਾ ਆ, ਹਨਾ। ਅਸੀਂ ਇਸ ਗੱਲ ਨੂੰ ਇਸ ਪ੍ਰਕਾਰ ਲੈ ਰਹੇ ਸੀਗੇ, ਜਦੋਂ ਇੱਕ ਇਨਸਾਨ ਗੱਡੀ ਚਲਾਉਂਦਾ ਆ, ਕਾਰ ਹੋਵੇ ਕੁਛ ਵੀ ਹੋਵੇ, ਗੇਅਰ ਪਾਇਆ, ਸਟਾਰਟ ਕੀਤੀ, ਗੇਅਰ ਪਾਇਆ ਤੇ ਚੱਲ ਪਈ ਗੱਡੀ। ਸੋ ਉਹਦਾ ਧਿਆਨ ਹੁੰਦਾ ਆ ਗੱਡੀ ਚੱਲ ਰਹੀ ਹੈ, ਪਰ ਉਹਨੂੰ ਇਹ ਨਹੀਂ ਪਤਾ ਜਿਹੜਾ ਇੰਜਨ ਹੈ, ਉਹਦੀ ਮਸ਼ੀਨਰੀ ਆ, ਉਹਦੇ ਵਿੱਚ ਕੀ ਕੁਛ ਨਾਲ ਹੀ ਹਰਕਤ ਵਿੱਚ ਆ ਚੁੱਕਾ ਹੈ, ਫੇਰ ਹੀ ਗੱਡੀ ਚੱਲ ਰਹੀ ਹੈ। ਇਸੇ ਪ੍ਰਕਾਰ ਸਾਡੀ ਰੂਹਾਨੀ ਜੀਵਨ ਦੀ ਜਿਹੜੀ ਗੱਡੀ ਆ, ਆਤਮਿਕ ਜੀਵਨ ਦੀ ਗੱਡੀ ਆ, ਉਹ ਕੱਲੀ ਪਾਪਾਂ ਦੀ ਮਾਫੀ ਹੋ ਗਈ ਆ ਇਹਦੇ ਨਾਲ ਹੀ ਨਹੀਂ ਚੱਲ ਪਈ। ਹਾਲੇਲੂਇਆ। ਪਾਪਾਂ ਦੀ ਮਾਫੀ ਦੇ ਨਾਲ ਤਾਂ ਸਿਰਫ ਇੱਕ ਸੈਲਫ ਮਰ ਗਈ ਆ, ਸਟਾਰਟ ਹੋਇਆ, ਪਰ ਨਾਲ ਨਾਲ ਕੀ ਕੁਛ ਕਿੰਨਾ ਕੁਛ ਹੋ ਗਿਆ ਆ ਉਹ ਆਪਾਂ ਦੇਖ ਰਹੇ ਹਾਂ। ਇੱਕ ਇੱਕ ਗੱਲ ਨੂੰ ਦੇਖ ਰਹੇ ਕੀ ਕੁਛ ਹਰਕਤ ਵਿੱਚ ਆ ਗਿਆ, ਕਿੰਨੀਆਂ ਆਸ਼ੀਸ਼ਾਂ ਨਿਕਲ ਆਈਆਂ। ਸੋ ਦੂਸਰੇ ਸ਼ਬਦਾਂ ਵਿੱਚ ਜੇਕਰ ਕੋਈ ਪਰਮੇਸ਼ਰ ਵੱਲ ਮੁੜਦਾ ਤੇ ਇਹ ਉਹਦੇ ਵਿੱਚ ਚੀਜ਼ਾਂ ਨਹੀਂ ਐਕਟਿਵ ਹੁੰਦੀਆਂ ਤੇ ਸਮਝ ਲਓ ਹਜੇ ਉਹ ਪਰਮੇਸ਼ਰ ਵੱਲ ਮੁੜਿਆ ਨਹੀਂ। ਉਹ ਕਿਤੇ ਆਪਣੇ ਮਨ ਮਤੇ ਦੇ ਨਾਲ ਹੀ ਸਮਝਦਾ ਕਿ ਮੈਂ ਕਿੱਧਰ ਨੂੰ ਮੁੜ ਪਿਆ ਆ, ਪਰਮੇਸ਼ਰ ਵੱਲ ਨੂੰ ਮੁੜ ਪਿਆ। ਉਹ ਜਗਤ ਵਾਂਗੂ ਆ, ਜਗਤ ਦੀ ਸੋਚ ਵਾਂਗੂ ਆ, ਸੰਸਾਰ ਵਾਂਗੂ ਆ। ਜਿਹਦਾ ਸੰਸਾਰ ਆਪਣੀ ਬੁੱਧੀ ਨਾਲ, ਆਪਣੇ ਗਿਆਨ ਦੇ ਨਾਲ ਜਪ ਤਪ ਕਰ ਰਿਹਾ ਆ, ਉਹ ਕੋਈ ਪਰਮੇਸ਼ਰ ਵੱਲੋਂ ਉਹਦੇ ਵਿੱਚ ਕੋਈ ਵੀ ਪਰਿਵਰਤਨ ਆਇਆ ਨਹੀਂ, ਤਬਦੀਲੀ ਆਈ ਨਹੀਂ। ਸੋ ਇਹਦੇ ਲਈ ਆਪਾਂ ਇਹ ਗੱਲਾਂ 10 ਗੱਲਾਂ ਮੇਰੇ ਖਿਆਲ ਸਿੱਖੀਆਂ ਸੀ। ਹਾਂਜੀ, ਇੱਕ ਜਣਾ ਬੋਲੋ ਤਾਂ ਕਿ ਸਮਝ ਆਵੇ ਗੱਲ। 10 ਪੁਆਇੰਟ ਤਾਂ ਚੰਗੀ ਤਰ੍ਹਾਂ ਹੈ। ਪਹਿਲੀ ਗੱਲ ਕੀ ਹੁੰਦੀ ਜਦੋਂ ਪਰਮੇਸ਼ਰ ਵੱਲ ਕੋਈ ਮੁੜਦਾ ਆ, ਪਰਮੇਸ਼ਵਰ ਦੀ ਕਿਰਪਾ ਤੱਕ ਪਹੁੰਚ ਕਿਰਪਾ ਤੱਕ ਕੀ ਹੋ ਜਾਂਦੀ ਆ, ਪਹੁੰਚ ਹੋ ਜਾਂਦੀ। ਹਾਲੇਲੂਇਆ। ਸੋ ਕਿਰਪਾ ਦਾ ਕੀ ਮਤਲਬ ਦੱਸਿਆ ਸੀਗਾ, ਜਿਸ ਸਥਾਨ ਦੇ ਅਸੀਂ ਲਾਇਕ ਨਹੀਂ ਸੀ, ਪਰਮੇਸ਼ਰ ਨੇ ਸਾਨੂੰ ਉਹ ਸਥਾਨ ਦੇ ਦਿੱਤਾ। ਕਿਰਪਾ ਤੋਂ ਭਾਵ ਹਾਲੇਲੂਇਆ। ਸੋ ਕਿਰਪਾ ਤੱਕ ਪਹੁੰਚ ਹੋ ਗਈ ਆ। ਸੋ ਅਸੀਂ ਜਿਹੜੇ ਸਥਾਨ ਦੇ ਲਾਇਕ ਨਹੀਂ ਸੀ, ਖੁਦਾ ਨੇ ਉਸ ਸਥਾਨ 'ਚ ਸਾਨੂੰ ਬਿਠਾਤਾ। ਸੰਗਤੀ 'ਚ ਬੈਠਣ ਦੇ ਅਸੀਂ ਲਾਇਕ ਨਹੀਂ ਸੀ, ਖੁਦਾ ਨੇ ਸਾਨੂੰ ਕੀ ਕਰਤਾ, ਸੰਗਤ 'ਚ ਬਿਠਾ ਦਿੱਤਾ ਆ। ਹਾਲੇਲੂਇਆ। ਅਸੀਂ ਪ੍ਰਾਰਥਨਾ ਕਰਨ ਦੇ ਲਾਇਕ ਨਹੀਂ ਸੀ, ਖੁਦਾ ਨੇ ਪ੍ਰਾਰਥਨਾ ਕਰਨ ਦੇ ਲਾਇਕ ਬਣਾ ਦਿੱਤਾ। ਆਰਾਧਨਾ ਕਰਨ ਦੇ ਲਾਇਕ ਨਹੀਂ ਸੀ, ਆਰਾਧਨਾ ਕਰਨ ਦੇ ਲਾਇਕ ਬਣਾ ਦਿੱਤਾ। ਹਾਲੇਲੂਇਆ। ਸੋ ਇਹ ਸਾਰਾ ਕੁਝ ਕੀ ਹੋਇਆ, ਕਿਰਪਾ ਦੇ ਕਾਰਨ ਹੋ ਗਿਆ। ਸੋ ਕਿਰਪਾ ਤੱਕ ਪਹਿਲੀ ਗੱਲ ਆ ਪਹੁੰਚ ਹੋ ਗਈ। ਦੂਸਰੀ ਗੱਲ, ਪਰਮੇਸ਼ਵਰ ਦੀ ਸੰਤਾਨ, ਪਰਮੇਸ਼ਰ ਦੀ ਕੀ ਬਣ ਗਏ ਆ, ਸੰਤਾਨ। ਅੱਗੇ ਅਸੀਂ ਆਦਮ ਦੀ ਸੰਤਾਨ ਸੀ ਔਰ ਪਾਪ ਦੇ ਵਿੱਚ ਸੀ, ਹੁਣ ਅਸੀਂ ਪਰਮੇਸ਼ਰ ਦੀ ਸੰਤਾਨ ਹੋ ਗਏ ਆ ਤੇ ਧਰਮੀਆਂ ਵਿੱਚ ਗਿਣੇ ਜਾਂਦੇ। ਤੀਸਰੀ ਗੱਲ, ਵਾਰਿਸ ਬਣ ਗਏ। ਵਾਰਿਸ ਬਣ ਗਏ ਆ। ਪਹਿਲਾਂ ਅਸੀਂ ਵਾਰਿਸ ਸੀਗੇ ਇਹ ਮਿਟਣਹਾਰ ਚੀਜ਼ਾਂ ਦੇ। ਕਿਹੜੀਆਂ ਚੀਜ਼ਾਂ ਦੇ, ਮਿਟਣਹਾਰ। ਚਾਹੇ ਉਹ ਘਰ ਹੋਵੇ, ਚਾਹੇ ਉਹ ਬਿਜ਼ਨਸ ਹੋਵੇ, ਚਾਹੇ ਧਨ ਦੌਲਤ ਹੋਵੇ, ਚਾਹੇ ਰੁਤਬਾ ਹੋਵੇ, ਚਾਹੇ ਨਾਮ ਹੋਵੇ, ਕੋਈ ਵੀ ਜਿਹੜੀ ਚੀਜ਼ ਸਾਨੂੰ ਅੱਖਾਂ ਦੇ ਨਾਲ ਦਿਸਦੀ ਆ, ਜਦੋਂ ਅਸੀਂ ਉਹਦੇ ਤੇ ਅਧਿਕਾਰ ਕਰਕੇ ਆਪਣੀ ਸਮਝ ਲਓ ਅਕਲ ਸਮਝ ਦੇ ਨਾਲ ਉਹਦੇ ਤੇ ਕਬਜ਼ਾ ਕਰ ਬੈਠੇ ਸੀ, ਉਹਦੇ ਵਾਰਿਸ ਸੀ। ਧਰਤੀ ਦੀਆਂ ਚੀਜ਼ਾਂ ਦੇ, ਮਿਟਣਹਾਰ ਚੀਜ਼ਾਂ ਦੇ। ਪਰ ਪਰਮੇਸ਼ਰ ਵੱਲ ਮੁੜਨ ਨਾਲ ਅਸੀਂ ਕਿਹੜੀਆਂ ਚੀਜ਼ਾਂ ਦੇ ਵਾਰਿਸ ਹੋ ਗਏ ਆ, ਅਨੰਤ ਚੀਜ਼ਾਂ ਦੇ। ਕਿਹੜੀਆਂ ਚੀਜ਼ਾਂ ਦੇ, ਅਨੰਤ ਚੀਜ਼ਾਂ, ਜਿਹੜੀਆਂ ਮਿਟਦੀਆਂ ਨਹੀਂ। ਸਵਰਗੀ ਵਸਤੂਆਂ ਦੇ ਵਾਰਿਸ ਅਸੀਂ ਹੋ ਗਏ। ਪਹਿਲਾਂ ਧਰਤੀ ਦੀਆਂ ਦੇ ਸੀਗੇ, ਧਰਤੀ ਦੀਆਂ ਵਸਤੂਆਂ ਦੇ ਨਾਲ ਹੀ ਅਸੀਂ ਵੀ ਕੀ ਹੋ ਜਾਣਾ ਸੀ, ਮਿਟ ਜਾਣਾ ਸੀਗਾ। ਪਰ ਜਦੋਂ ਅਸੀਂ ਪਰਮੇਸ਼ਰ ਵੱਲ ਮੁੜ ਪਏ ਆ ਤੇ ਕੀ ਹੋ ਗਿਆ, ਅਸੀਂ ਉਹਦੇ ਵਾਰਿਸ ਹੋ ਗਏ ਆ, ਸਵਰਗ ਦੀਆਂ ਚੀਜ਼ਾਂ ਦੇ। ਸੋ ਸਵਰਗ ਜਿਹੜਾ ਸਾਨੂੰ ਰਾਜ ਦਿੱਤਾ ਜਾਊਗਾ, ਜਿਹੜਾ ਅਸੀਂ ਰਾਜ ਕਰਨਾ, ਅਸੀਂ ਰਾਜ ਕਰਨਾ। ਇਹਨਾਂ ਨੇ ਅਸੀਂ ਰਾਜ ਕਰਨਾ। ਹਾਲੇਲੂਇਆ। ਸਵਰਗ ਵਿੱਚ ਅਸੀਂ ਰਾਜ ਕਰਨਾ ਹੈ ਤੇ ਉਹ ਰਾਜ ਜਿਹੜਾ ਆ ਉਹ 1-2 ਸਾਲ ਜਾਂ 1-2 ਹਜ਼ਾਰ ਸਾਲ ਦਾ ਹੋਣਾ ਨਹੀਂ, ਉਹ ਕੀ ਆ, ਅਨੰਤ ਰਾਜ। ਉਹਦੇ ਯੁੱਗ ਕਦੀ ਖਤਮ ਹੋਣਗੇ ਨਹੀਂ, ਉਹਦਾ ਕਦੀ ਅੰਤ ਹੋਊਗਾ ਨਹੀਂ। ਸੋ ਸਾਨੂੰ ਪਰਮੇਸ਼ਰ ਨੇ ਕੀ ਕਰਤਾ, ਵਾਰਿਸ ਬਣਾ ਦਿੱਤਾ, ਹਨਾ। ਹਾਂ, ਫਿਰ ਪਰਮੇਸ਼ਰ ਵੱਲੋਂ ਚੁਣੇ ਜਾਂਦੇ ਆ। ਫਿਰ ਅਸੀਂ ਕੀ ਕੀਤੇ ਜਾਂਦੇ ਆ, ਪਰਮੇਸ਼ਰ ਵੱਲੋਂ ਚੁਣੇ ਜਾਂਦੇ ਆ। ਸੋ ਵਚਨ ਦੱਸਦਾ, ਯਿਸੂ ਮਸੀਹ ਕਹਿੰਦੇ
ਤੁਸੀਂ ਨਹੀਂ ਮੈਨੂੰ ਚੁਣਿਆ, ਮੈਂ ਤੁਹਾਨੂੰ ਕੀ ਕੀਤਾ ਆ? ਚੁਣਿਆ। ਕੋਈ ਵੀ ਇਦਾਂ ਦੇ ਭੁਲੇਖੇ ਚ ਨਾ ਰਹੇ ਕਿ ਮੈਂ ਯਿਸੂ ਨੂੰ ਚੁਣਿਆ ਆ। ਪਰਮੇਸ਼ਵਰ ਨੇ ਤੇਰੇ ਹਾਲਾਤਾਂ ਤੋਂ, ਜਦੋਂ ਤੂੰ ਬੇਚੈਨ ਹੋ ਗਿਆ, ਜਦੋਂ ਹਾਲਾਤਾਂ ਤੋਂ ਹੱਥ ਖੜੇ ਕਰ ਦਿੱਤੇ, ਪਰਮੇਸ਼ਵਰ ਨੇ ਤੈਨੂੰ ਆਪਣੇ ਦਾਸ ਟਕਰਾਤੇ, ਆਪਣੀ ਬਾਣੀ ਦੇ ਦੁਆਰਾ ਆਪਣੇ ਘਰ ਦੇ ਵਿੱਚ ਖਿੱਚਿਆ। ਹਾਲੇਲੂਇਆ, ਹਾਲੇਲੂਇਆ। ਆਪਣੇ ਸਾਮਰਥ ਦੇ ਦੁਆਰਾ ਤੈਨੂੰ ਸਵਰਗੀ ਸਥਾਨਾਂ ਦੇ ਵਿੱਚ ਕੀ ਕੀਤਾ ਹੈ? ਭਲਾ ਬਿਠਾਇਆ ਆ। ਹਾਲੇਲੂਇਆ। ਇਸ ਲਈ ਕਿਹਨੇ ਚੁਣਿਆ ਸਾਨੂੰ? ਪਰਮੇਸ਼ਵਰ ਨੇ। ਸੋ ਪਰਮੇਸ਼ਵਰ ਸਾਨੂੰ ਕੀ ਕਰਦਾ ਹੈ? ਜਗਤ ਦੇ ਜਿਹੜੇ ਆ ਕਮਜ਼ੋਰਾਂ ਵਿੱਚੋਂ ਸਾਨੂੰ ਕੀ ਕਰਦਾ ਹੈ? ਚੁਣ ਲੈਂਦਾ। ਮਲਿੰਦੜਾਂ ਦੇ ਵਿੱਚੋਂ ਚੁਣ ਲੈਂਦਾ, ਮੂਰਖਾਂ ਦੇ ਵਿੱਚੋਂ ਚੁਣ ਲੈਂਦਾ। ਹਾਲੇਲੂਇਆ। ਕਿ ਸਾਨੂੰ ਕੀ ਕਰ ਦਿੰਦਾ? ਬੁੱਧੀਮਾਨ ਬਣਾ ਦਿੰਦਾ। ਹਾਲੇਲੂਇਆ। ਔਰ ਸਾਨੂੰ ਚੁਣਦਾ ਕਾਹਦੇ ਲਈ ਆ? ਕਿ ਅਸੀਂ ਪਰਮੇਸ਼ਵਰ ਦੇ ਗੁਣਾਂ ਦਾ ਕੀ ਕਰੀਏ? ਪ੍ਰਚਾਰ ਕਰੀਏ। ਅਸੀਂ ਪਰਮੇਸ਼ਵਰ ਦੇ ਸੁਭਾਅ ਨੂੰ ਦੁਨੀਆ ਦੇ ਕੀ ਕਰੀਏ? ਪ੍ਰਗਟ ਕਰੀਏ। ਦੁਨੀਆ ਜਿਹੜੀਆਂ ਗੱਲਾਂ ਵਿੱਚ ਦੁਖੀ ਹੋ ਜਾਂਦੀ, ਉਹਦੇ ਵਿੱਚ ਖੁਸ਼ ਹੋ ਕੇ ਦੁਨੀਆ ਨੂੰ ਦਿਖਾ ਸਕੀਏ। ਹਾਲੇਲੂਇਆ, ਹਾਲੇਲੂਇਆ। ਇਹ ਜਗ੍ਹਾ ਤੇ ਜਦੋਂ ਪ੍ਰਾਰਥਨਾ ਸਟਾਰਟ ਕੀਤੀ ਤਾਂ ਬਹੁਤ ਸਾਰੇ ਰਸਤੇ ਖੁੱਲ ਰਹੇ ਆ, ਬੜੇ ਲੋਕਾਂ ਤੱਕ ਪਹੁੰਚ ਹੋ ਰਹੀ ਆ। ਔਰ ਮੇਰਾ ਖਿਆਲ 34,000 ਲੋਕਾਂ ਤੱਕ ਤਾਂ ਆਪਣੇ ਫੇਸਬੁੱਕ ਦੇ ਥਰੂ ਆਨਲਾਈਨ ਜਿਹੜਾ ਅਸੀਂ ਸੁਸਮਾਚਾਰ ਦੇ ਰਹੇ ਆ, ਉਹਨਾਂ ਤੱਕ 34,000 ਲੋਕਾਂ ਤੱਕ ਪਹੁੰਚ ਗਿਆ। ਬਾਕੀ ਵੱਖਰੇ ਜੇ ਵੱਖਰੇ ਥਾਵਾਂ ਦੇ ਵੱਖਰੇ ਆ। ਸੋ ਕਹਿੰਦਾ ਮਤਲਬ ਉਹਦੇ ਦਰਮਿਆਨ ਇੱਕ ਸਾਡੇ ਕੋਲ ਹੋਰ ਕਾਲ ਆਈ ਆ ਚੰਡੀਗੜ੍ਹ ਤੋਂ। ਇੱਕ ਭੈਣ ਆ, ਕਾਫੀ ਰਿਚ ਫੈਮਿਲੀ, 70 ਕਰੋੜ ਰੁਪਏ ਦੀ ਉਹਨਾਂ ਦੀ ਪ੍ਰਾਪਰਟੀ ਸੀਗੀ। ਔਰ ਆ ਪਿਛਲੇ 10 ਸਾਲਾਂ ਤੋਂ ਕਹਿੰਦੇ ਸਾਨੂੰ ਘਾਟਾ ਪੈਂਦਾ। ਅਸੀਂ ਪ੍ਰਾਪਰਟੀ ਵੇਚਦੇ ਰਹੇ, ਕੇ ਖਾਂਦੇ ਰਹੇ। ਹੁਣ ਉਹ ਆਪ ਹੀ ਕਿਰਾਏ ਤੇ ਆ ਗਏ ਤੇ ਕਿਰਾਇਆ ਦੇਣ ਦੀ ਵੀ ਗੁੰਜਾਇਸ਼ ਹੈ ਨਹੀਂ। 100 ਰੁਪਏ ਤੱਕ ਦੀ ਵੀ ਕਹਿੰਦੇ ਸਾਡੇ ਕੋਲ ਰੋਜ਼ ਆਪਣੇ 100 ਰੁਪਏ ਤੱਕ ਆਉਣ ਦੀ ਵੀ ਗੁੰਜਾਇਸ਼ ਹੈ ਨਹੀਂ। ਸੋ ਉਹਨਾਂ ਨੇ ਸਾਡੇ ਨਾਲ ਸੰਪਰਕ ਕੀਤਾ, ਸੁਣਿਆ ਕਿ ਪਰਮੇਸ਼ਵਰ ਸੁੱਖ ਦਿੰਦਾ ਹੈ। ਹਾਲੇਲੂਇਆ, ਸੱਚਾ ਸੁੱਖ ਦਿੰਦਾ ਹੈ। ਸੋ ਉਹਨਾਂ ਨੇ ਸੁਣਿਆ ਤੇ ਉਹਨਾਂ ਨੇ ਸੰਪਰਕ ਕੀਤਾ, ਕਹਿੰਦੇ ਸਾਡੇ ਲਈ ਪ੍ਰਾਰਥਨਾ। ਹਾਲੇਲੂਇਆ। ਸੋ ਪ੍ਰਾਰਥਨਾ ਕੀਤੀ, ਉਹਨਾਂ ਨੂੰ ਥੋੜੀ ਸ਼ਾਂਤੀ ਮਿਲੀ ਤੇ ਉਹਨਾਂ ਨੇ ਹੁਣ ਸਾਨੂੰ ਉੱਥੇ ਬੁਲਾਇਆ ਹੈ ਚੰਡੀਗੜ੍ਹ ਦੇ ਵਿੱਚ। ਕੱਲ ਸਵੇਰ ਅਸੀਂ ਜਾ ਰਹੇ ਹਾਂ। ਸੋ ਪਿੱਛੇ ਤੁਸੀਂ ਪ੍ਰਾਰਥਨਾ ਕਰਨੀ ਆ ਕਿ ਉਸ ਪਰਿਵਾਰ ਨੂੰ ਵੀ ਸੁੱਖ ਮਿਲ ਜਾਏ। ਜਿਹੜੀਆਂ ਸ਼ਕਤੀਆਂ ਨੇ ਉਹਨਾਂ ਦੇ ਕੰਮ ਧੰਦੇ ਨੂੰ, ਉਹਨਾਂ ਦੀ ਬੁੱਧੀ ਨੂੰ ਬੰਨਿਆ ਪਿਆ ਹੈ, ਔਰ ਉਹ ਜਿਹੜੇ ਸਰਾਪ ਆ ਜਿਹੜੇ ਹੇਠੋਂ ਚੱਲ ਰਹੇ ਆ, ਉਹਦੇ ਤੋਂ ਉਹ ਆਜ਼ਾਦ ਹੋ ਸਕਣ। ਹਾਲੇਲੂਇਆ। ਸਾਰਿਆਂ ਨੇ ਇਹਦੇ ਲਈ ਪ੍ਰਾਰਥਨਾ ਕਰਨੀ। ਹਾਲੇਲੂਇਆ। ਸੋ ਕੱਲ ਨੂੰ ਵੀ ਸੁਸਮਾਚਾਰ ਪ੍ਰਚਾਰ ਹੋਗਾ। ਜਗ੍ਹਾ ਅਸੀਂ ਪਹਿਲਾਂ ਦੱਸ ਨਹੀਂ ਸਕਦੀ, ਉੱਥੇ ਹੀ ਦੱਸਾਂਗੇ। ਹਾਲੇਲੂਇਆ। ਨਹੀਂ ਤਾਂ ਪਹਿਲਾਂ ਦੂਜੀਆਂ ਫੌਜਾਂ ਪਹੁੰਚ ਜਾਂਦੀਆਂ, ਸ਼ਕਤੀਆਂ। ਹਾਲੇਲੂਇਆ। ਸੋ ਉੱਥੇ ਫਿਰ ਐਨ ਵਕਤ ਤੇ ਦੱਸਾਂਗੇ। ਸੋ ਆਓ, ਇਹ ਚੁਣੇ ਜਾਂਦੇ ਆ, ਸਵਰਗੀ ਨਾਗਰਿਕ ਹੋ ਜਾਂਦੇ। ਇਹ ਕਿੰਨੀ ਗੱਲ ਆ? ਨਾਲ ਗੱਲ ਵੀ ਬੋਲੋ ਨਾ। ਪੰਜਵੀਂ ਗੱਲ ਕੀ ਹੋ ਜਾਂਦੇ ਆਪਾਂ? ਸਵਰਗ ਦੇ ਨਾਗਰਿਕ ਹੋ ਜਾਂਦੇ ਆ। ਹਾਲੇਲੂਇਆ, ਹਾਲੇਲੂਇਆ। ਸਾਡੇ ਛੋਟੇ ਭਰਾ, ਸਾਡੇ ਵੱਡੇ ਭਰਾ, ਉਹਨਾਂ ਦੀ ਫੈਮਿਲੀ, ਉਹਨਾਂ ਦੇ ਬੱਚੇ ਸਿਟੀਜ਼ਨ ਹੋ ਕੇ ਉੱਥੇ ਬੜੇ ਫੁੱਲੇ ਫਿਰਦੇ ਆ। ਅਸੀਂ ਕਿੱਥੇ ਦੇ ਹੋ ਗਏ? ਅਮਰੀਕਾ ਦੇ ਨਾਗਰਿਕ ਹੋ ਗਏ, ਸਿਟੀਜ਼ਨ ਹੋ ਗਏ। ਮੇਰੇ ਤੇ ਵੀ ਬੜਾ ਜ਼ੋਰ ਲਾਇਆ ਸੀ ਉਹਨਾਂ ਨੇ। ਮੈਂ ਕਿਹਾ ਮੈਂ ਨਹੀਂ ਹੋਣਾ। ਹਾਲੇਲੂਇਆ। ਮੈਨੂੰ ਇੱਕ ਨਾਗਰਿਕਤਾ ਮਿਲੀ ਹੋਈ ਆ ਤੇ ਉਹਦੇ 'ਚ ਹੀ ਮੈਂ ਆਪਣੇ ਆਪ ਨੂੰ ਪੱਕਾ ਕਰਨ ਦਾ ਯਤਨ ਕਰਦਾ, ਕਿਉਂਕਿ ਕਾਗਜ਼ ਬਹੁਤ ਵੱਡੇ ਆ ਤੇ ਉਹਦੇ ਵਿੱਚ ਫਾਰਮੈਲਿਟੀਆਂ ਬਹੁਤ ਜ਼ਿਆਦੀਆਂ ਹੈ। ਹਾਲੇਲੂਇਆ। ਇਸ ਲਈ ਮੈਂ ਉਹਨੂੰ ਕਰੂੰਗਾ। ਸੋ ਪ੍ਰਭੂ ਦਾ ਧੰਨਵਾਦ ਹੋਵੇ। ਉਹ ਕੱਲੀ ਉੱਥੇ ਦੀ ਸਿਟੀਜ਼ਨ 'ਚ ਨਹੀਂ ਖੁਸ਼, ਕਹਿੰਦਾ ਮਤਲਬ ਮੇਰੇ ਉਹ ਪ੍ਰਭੂ ਦੇ ਵਿੱਚ ਵੀ ਖੁਸ਼ ਆ ਔਰ ਪ੍ਰਭੂ ਦੇ ਵਿੱਚ ਵੀ ਬਣੇ ਪਏ ਆ। ਹਾਲੇਲੂਇਆ। ਛੋਟੇ ਬ੍ਰਦਰ ਇਕਬਾਲ ਗਿੱਲ ਉਸ ਜਗ੍ਹਾ ਤੇ ਲਗਾਤਾਰ ਕਲੀਸਿਆ ਦੇ ਵਿੱਚ ਕਲੀਸਿਆ ਨੂੰ ਸਿਖਾ ਰਹੇ ਆ, ਪ੍ਰਭੂ ਦੇ ਵਚਨ ਦੇ ਦੁਆਰਾ ਤਿਆਰ ਕਰ ਰਹੇ ਆ। ਹਾਲੇਲੂਇਆ, ਧੰਨਵਾਦ। ਹਾਲੇਲੂਇਆ। ਦੂਸਰੇ ਸ਼ਬਦਾਂ 'ਚ ਮੈਂ ਕਹਿਣਾ ਚਾਹੁੰਦਾ, ਸਿਟੀਜ਼ਨ ਜਿਹੜੀਆਂ ਆਪਾਂ ਇੱਥੇ, ਚਾਹੇ ਅਮਰੀਕਾ ਦੀ, ਕੈਨੇਡਾ ਦੀ, ਇਹਦੇ ਤੋਂ ਉੱਤੇ ਤਾਂ ਕੋਈ ਹੋਰ ਦੇਸ਼ ਹੈਗਾ ਹੀ ਨਹੀਂ ਜੇਕਰ ਸਿਟੀਜ਼ਨ ਲੈਣੀ ਹੋਵੇ। ਹਾਲੇਲੂਇਆ। ਔਰ ਇੱਥੇ ਦੇ ਜਦੋਂ ਸਿਟੀਜ਼ਨ ਹੋ ਜਾਂਦੇ ਕਿਸੇ ਵੀ ਦੇਸ਼ 'ਚ ਬਿਨਾਂ ਵੀਜ਼ੇ ਤੋਂ ਤੁਸੀਂ ਕੀ ਕਰ ਸਕਦੇ ਆ? ਜਾ ਸਕਦੇ। ਸਿਰਫ ਪਾਸਪੋਰਟ ਤੁਹਾਡੇ ਕੋਲ ਉਹਦੇ ਨਾਲ ਹੋਣਾ ਚਾਹੀਦਾ। तो जाते भी है इकबाल जी जर्मन वगैरह इंग्लैंड वगैरह जाते हैं प्रभु का वचन लैके। सो सानू इतने सिटीजन मिल जाती आ तो ये सिटीजन साढ़े सावां तक ही आ जिन्नी देर साह चलते हैं। कितनी देर दी है सिटीजन धरती ते सिटीजन जबरदस्त मिल जाए तो कितों तक दी साढ़े सावां तक। हालेलुया। पर उत्थे किदां दी उत्थे अनंत काल दी सिटीजन आ। हालेलुया हालेलुया। इसलिए असीं भजन गाउने ने ऐसे देश विच असीं चले जाना है जिथे भुख ते प्यास होनी नहीं। उस देश का राजा है यसू, उथे रूह कदे कोई रोनी नहीं। रोने तो होने किथे आ? हालेलुया।
ਪਰ ਪ੍ਰਭੂ ਚਾਹੁੰਦਾ ਹੈ ਇਹਨਾਂ ਦਰਮਿਆਨ ਜੋ ਸਾਡੇ ਚ ਰੋਣਾ ਹੈ ਉਹ ਸਾਡੇ ਰੋਣੇ ਨੂੰ ਹਾਸਿਆਂ ਦੇ ਵਿੱਚ ਬਦਲੇ, ਪਰ ਉਹਦੇ ਲਈ ਸਾਨੂੰ ਕੁਝ ਵਚਨ ਨੂੰ ਸਮਝਣਾ ਔਰ ਸਿੱਖਣਾ ਪੈਣਾ ਹੈ। ਸੋ ਨਾਗਰਿਕਤਾ ਅਸੀਂ ਕਿੱਥੇ ਦੀ ਪ੍ਰਾਪਤ ਕਰ ਰਹੇ ਹਾਂ? ਜਿੱਦਾਂ ਦੁਨੀਆ ਵਿੱਚ ਕਿਸੇ ਵੀ ਦੇਸ਼ ਦੀ ਨਾਗਰਿਕਤਾ ਉਹਦੀਆਂ ਕੋਈ ਕੰਡੀਸ਼ਨਾਂ ਆ, ਇਸੇ ਤਰੀਕੇ ਨਾਲ ਸਵਰਗ ਦੀ ਨਾਗਰਿਕਤਾ ਉਹਦੀ ਵੀ ਕੀ ਕੰਡੀਸ਼ਨ ਹੈ। ਉਹਨਾਂ ਨੂੰ ਕੋਈ ਪਾਰ ਕਰੂਗਾ ਤੇ ਐਂਟਰੀ ਉੱਥੇ ਮਿਲਣੀ ਆ, ਨਹੀਂ ਤਾਂ ਪ੍ਰਭੂ ਕਹੂਗਾ ਇਹ ਕੁਕਰਮੀਓ ਮੇਰੇ ਤੋਂ ਦੂਰ ਹੋ ਜਾਓ, ਮੈਂ ਤੁਹਾਨੂੰ ਜਾਣਦਾ ਨਹੀਂ ਜਾਣਦਾ। ਤੇ ਜਿਨ੍ਹਾਂ ਨੇ ਪੂਰੀ ਕੀਤੀ ਹੋਗੀ ਉਹਨਾਂ ਕਹੂਗਾ ਇਹ ਮੇਰੇ ਪਿਆਰਿਓ ਆ ਜਾਓ, ਪਰਮੇਸ਼ਰ ਨੇ ਤੁਹਾਡੇ ਲਈ ਰਾਜ ਤਿਆਰ ਕੀਤਾ। ਹਾਲੇਲੂਇਆ ਹਾਲੇਲੂਇਆ। ਸਾਡੀਆਂ ਆਤਮਾਵਾਂ ਨੂੰ ਬੜਾ ਸਵਾਗਤ ਕੀਤਾ ਜਾਊਗਾ। ਸਵਾਗਤ ਕਰਨ ਵਾਲਿਆਂ 'ਚ ਸਵਰਗ ਪੂਰਾ ਖੜਾ ਹੋਊਗਾ, ਉਹਦੇ ਤੋਂ ਸਭ ਤੋਂ ਅੱਗੇ ਯਿਸੂ ਮਸੀਹ ਹੋਊਗਾ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਜਿਹਨੇ ਸਾਨੂੰ ਖੂਨ ਨਾਲ ਖਰੀਦਿਆ ਨਾ, ਉਹ ਸਾਡੇ ਸਵਾਗਤ ਲਈ ਖੜਾ ਹੋਊਗਾ। ਹਾਲੇਲੂਇਆ। ਪਰ ਕੁਕਰਮੀਆਂ ਨੂੰ ਕੀ ਕਰੂਗਾ? ਕਹੂਗਾ ਦੂਰ ਹੋ। ਕੁਕਰਮੀਆਂ ਤੋਂ ਭਾਵ ਕੀ? ਉਹ ਕਰਮ ਕਰਨਾ ਜਿਹੜਾ ਖੁਦਾ ਨੂੰ ਪਸੰਦ ਨਹੀਂ। ਅੱਜ ਕਲੀਸਿਆ ਵਿੱਚ ਆ ਕੇ ਵੀ ਲੋਕ ਉਹ ਕਰਮ ਕਰ ਰਹੇ ਆ ਜਿਹੜੇ ਉਹਨੂੰ ਪਸੰਦ ਨਹੀਂ, ਇਸ ਲਈ ਉਹਨਾਂ ਦੀ ਸਿਟੀਜ਼ਨ ਕੀ ਹੋ ਜਾਣੀ ਆ? ਕੈਂਸਰ। ਹਾਲੇਲੂਇਆ। ਇਸ ਲਈ ਆਪਾਂ ਆਪਣੀ ਸਿਟੀਜ਼ਨ ਪੱਕੀ ਕਰਨ ਦੇ ਲਈ, ਆਪਣੇ ਬੁਲਾਹਣ ਨੂੰ ਪੱਕਿਆ ਕਰਨ ਦੇ ਲਈ ਅਸੀਂ ਰੋਜ਼ ਆਪਣੇ ਆਪ ਨੂੰ ਪ੍ਰਭੂ ਲਈ ਖਰਚ ਕਰਨਾ, ਕੀਮਤ ਦੇਣੀ। ਹਾਲੇਲੂਇਆ। ਸੋ ਆਪਾਂ ਜੇਕਰ ਇੱਥੇ ਲਗਾਤਾਰ ਆ ਰਹੇ ਹਾਂ, ਸਾਰੀ ਬਸਤੀ ਬਾਵਾ ਖੇਲਾ, ਸਾਰੇ ਲੋਕੀ ਟੈਲੀਵਿਜ਼ਨ ਖੋਲ ਕੇ ਬੈਠੇ ਹੋਣੇ, ਕੋਈ ਮੋਬਾਈਲ ਨਾਲ ਜੁੜਿਆ ਹੋਣਾ, ਕੋਈ ਕਿਸੇ ਕੰਮ 'ਚ ਕੋਈ ਝਗੜਾ ਕਰਨ ਰਿਹਾ ਹੋਣਾ, ਕੋਈ ਰਸੋਈ 'ਚ ਬਿਜੀ ਹੋਣਾ। ਆਪਾਂ ਕਿੱਥੇ ਹਾਂ? ਆਪਾਂ ਕਿੱਥੇ ਹਾਂ? ਆਪਾਂ ਕਲੀਸਿਆ ਵਿੱਚ, ਸਵਰਗੀ ਥਾਵਾਂ ਵਿੱਚ। ਖੁਦਾ ਦੇਖਦਾ ਹੋਊਗਾ ਕਿ ਨਹੀਂ? ਇਹ ਸਾਰੀ ਬਸਤੀ ਬਾਵਾ ਖੇਲ ਦੇ ਵਿੱਚ ਮੇਰਾ ਖਿਆਲ 10,000 ਤੋਂ ਜ਼ਿਆਦਾ ਵੋਟ ਸੀਗੇ ਪਹਿਲੇ ਸਮੇਂ ਜਦੋਂ ਸਾਡੇ ਇਕਬਾਲ ਬ੍ਰਦਰ ਇੱਥੋਂ ਕੌਂਸਲਰ ਬਣੇ ਸੀਗੇ, ਤੇ ਹੁਣ ਤਾਂ ਪਤਾ ਨਹੀਂ ਕਿੰਨੀ ਹੋਊ। ਯਾਨੀ ਕਿ ਇੰਨੇ ਹਜ਼ਾਰ ਲੋਕਾਂ ਵਿੱਚੋਂ ਪਰਮੇਸ਼ਰ ਦੇ ਲਈ ਕੀਮਤ ਦੇ ਕੇ ਆਪਣੇ ਘਰ ਦੇ ਸਾਰੇ ਕੰਮ ਨੂੰ ਛੱਡ ਕੇ ਉਹਦੀ ਹਜ਼ੂਰੀ 'ਚ ਬੈਠਣ ਲਈ ਕਿੰਨੇ ਆ? 10-12। ਹਾਲੇਲੂਇਆ। ਸੋ ਰੱਬ ਦੇਖਦਾ ਕਿ ਨਹੀਂ? ਸੋ ਦੇਖਦਾ ਆ, ਤੇ ਉਹ ਉੱਥੇ ਕੀ ਕਹੂਗਾ ਸਾਨੂੰ? ਤੁਹਾਡੇ ਲਈ ਸਵਰਗ ਦਾ ਰਾਜ ਕੀ ਆ ਭਲਾ? ਤਿਆਰ ਹੈ। ਕਿਉਂਕਿ ਅਸੀਂ ਇੱਥੋਂ ਸਾਰੇ ਸਿਸਟਮ ਨੂੰ ਕੀ ਕਰਦੇ ਜਾ ਰਹੇ ਹਾਂ? ਪੂਰਾ ਕਰਦੇ ਜਾ ਰਹੇ ਹਾਂ। ਆਪਣੇ ਕੱਦ ਕਾਠ ਨੂੰ ਵੀ ਉਹਦੇ ਲੈਵਲ ਤੇ ਲੈ ਕੇ ਆ ਰਹੇ ਹਾਂ। ਹਾਲੇਲੂਇਆ। ਆਪਣੇ ਦਾਗ ਝੁਰੀਆਂ ਧੱਬੇ ਵੀ ਦੁਲਹਨ ਦੇ ਰੂਪ ਦੇ ਵਿੱਚ ਕੀ ਕਰਦੇ ਜਾ ਰਹੇ ਹਾਂ? ਸਾਫ਼ ਕਰਦੇ ਜਾ ਰਹੇ ਹਾਂ। ਹਾਲੇਲੂਇਆ। ਹਾਂਜੀ। 6ਵੀਂ ਗੱਲ ਨਿਊ ਸ੍ਰਿਸ਼ਟੀ, ਨਵੀਂ ਸ੍ਰਿਸ਼ਟੀ। ਕੀ ਬਣ ਗਏ ਆਪਾਂ ਬਈ? ਨਵੀਂ ਸ੍ਰਿਸ਼ਟੀ ਮਤਲਬ ਨਵੀਂ ਰਚਨਾ। ਆਹ ਜਿਹੜਾ ਆਪਾਂ ਦੇਖਣ ਵਿੱਚ ਆਪਣਾ ਚਿਹਰਾ ਮੋਹਰਾ ਬੋਡੀ ਦਾ ਸਾਰਾ ਸਿਸਟਮ ਜਿਹੜਾ ਆ ਦੇਖਣ ਵਿੱਚ ਦੁਨੀਆ ਦੇਖੇ ਤੇ ਇਹਨੂੰ ਇਹ ਉਦਾਂ ਦੀ ਆ, ਪਰ ਇਹਦੇ ਸੋਚ ਵਿਚਾਰ ਕੀ ਹੋ ਗਏ? ਨਵੇਂ ਹੋ ਗਏ, ਚੇਂਜ ਹੋ ਗਏ। ਅੱਖ ਉਹੀ ਆ, ਅੱਖ ਦਾ ਦੇਖਣ ਦਾ ਨਜ਼ਰੀਆ ਕੀ ਹੋ ਗਿਆ? ਜ਼ੁਬਾਨ ਉਹੀ ਆ, ਬੋਲਣ ਦਾ ਨਜ਼ਰੀਆ ਕੀ ਹੋ ਗਿਆ? ਕੰਨ ਉਹੀ ਆ, ਸੁਣਨ ਦਾ ਨਜ਼ਰੀਆ ਕੀ ਹੋ ਗਿਆ? ਬਦਲ ਗਿਆ। ਪੈਰ ਉਹੀ ਆ, ਚਾਲ ਕੀ ਹੋ ਗਈ ਆ? ਬਦਲ ਗਈ। ਹਾਲੇਲੂਇਆ। ਦਿਮਾਗ ਉਹੀ ਆ, ਸੋਚ ਕੀ ਹੋ ਗਈ? ਬਦਲ ਗਈ। ਦੁਨੀਆ ਪਤਾ ਨਹੀਂ ਕੀ ਸੋਚਦੀ ਆ। ਦੁਨੀਆ ਨੂੰ ਕਿਦਾਂ ਨਾ ਲੋਕਡਾਊਨ 'ਚ ਵੀ ਮੈਂ ਬੜਾ ਹੈਰਾਨ ਹੈ, ਲੋਕੀ ਕੋਠੀਆਂ ਮਕਾਨ ਬਣਾਈ ਜਾਂਦੇ ਸਾਰਾ ਕੁਝ ਕਰੀ ਜਾਂਦੇ। ਕਿਸੇ ਨੂੰ ਪਤਾ ਨਹੀਂ ਵੀ ਇਹ ਲੋਕਡਾਊਨ ਕੋਈ ਕਿਸੇ ਚੀਜ਼ ਨੂੰ ਇਸ਼ਾਰਾ ਕਰ ਰਿਹਾ ਹੈ। ਭਾਈ ਆਪਣੇ ਰੱਬ ਵੱਲ ਆਪਣਾ ਰਿਸ਼ਤਾ ਕੀ ਕਰ ਲਓ? ਸੈੱਟ ਕਰ ਲਓ। ਤੇ ਲੋਕੀ ਕੀ ਕਹਿ ਰਹੇ ਨੇ? ਇਹ ਸੰਸਾਰ ਨੇ ਜੋੜ ਕੇ ਰਿਸ਼ਤਾ ਰੱਖਣਾ। ਤੇ ਉਹਦੇ ਲਈ ਮੈਂ ਇੱਕ ਪੋਸਟ ਪਾਈ ਸੀਗੀ, WhatsApp ਤੇ ਵੀ ਪਾਈ ਸੀਗੀ, ਕਿ ਜਿਹੜੇ ਵੀ ਧਰਤੀ ਦੀਆਂ ਗੱਲਾਂ 'ਚ ਜੁੜੇ ਰਹਿਣਗੇ, ਧਰਤੀ ਦੇ ਵਿੱਚੋਂ ਹੀ ਨਾ ਉਹ ਜਿਹੜੀਆਂ ਸ਼ਕਤੀਆਂ ਆ ਉਹਨਾਂ ਨੂੰ ਬੰਨ ਲੈਣਗੀਆਂ। ਮੈਂ ਸੰਗਲ ਬੰਨੇ ਹੋਏ ਦਿਖਾਏ ਆ ਪੈਰਾਂ ਨਾਲ, ਹਨਾ। ਜਿਹੜੇ ਪ੍ਰਭੂ ਦੇ ਆ ਉਹ ਅਸਮਾਨ ਵੱਲ ਨੂੰ ਉੜ ਰਹੇ ਆ, ਪਰ ਜਿਨ੍ਹਾਂ ਨੇ ਧਰਤੀ ਤੇ ਮਨ ਲਾ ਕੇ ਰੱਖਿਆ ਉਹਨਾਂ ਦੇ ਪੈਰਾਂ ਨੂੰ ਕੀ ਪਏ ਆ? ਸੰਗਲ ਪਏ। ਤਾਂ ਕੁਝ ਲੋਕਾਂ ਨੇ ਦੇਖੀ ਵੀ ਹੋਣੀ। ਹਾਲੇਲੂਇਆ। ਮੈਸੇਂਜਰ ਵਿੱਚ ਵੀ ਮੈਂ ਭੇਜੀ ਹੋਈ ਹੈ। ਹਾਲੇਲੂਇਆ। ਸੋ ਕਹਿਣ ਦਾ ਮਤਲਬ ਆ ਸਾਨੂੰ ਆਪਣੇ ਜੀਵਨ ਦੇ ਵਿੱਚ ਆਪਣੇ ਕੰਮ ਨੂੰ ਕੀ ਕਰਨਾ ਪੈਣਾ ਆ? ਪੂਰਾ ਕਰਨਾ ਪੈਣਾ। ਹਾਂਜੀ। 7ਵੀਂ ਗੱਲ ਪਰਮੇਸ਼ਵਰ ਦੇ ਦਾਸ ਹੋ ਗਏ। 7ਵੀਂ ਗੱਲ ਕੀ ਹੋ ਗਈ ਆ? ਅਸੀਂ ਕਿਹਦੇ ਦਾਸ ਹੋ ਗਏ? ਕਿਹਦੇ ਦਾਸ ਹੋ ਗਏ ਵੀ? ਤੁਸੀਂ ਕਹੋ, ਤੁਸੀਂ ਮੈਨੂੰ ਕਹੋ ਦਾਸ ਹੋਵੋਗੇ, ਤੁਸੀਂ ਹੋਵੋਗੇ। ਅਸੀਂ ਤਾਂ ਵਿਸ਼ਵਾਸੀ ਹਾਂ। ਜਿਸ ਕਰਕੇ ਦਾਸ ਤੋਂ ਇਦਾਂ ਲਾਉਣੇ, ਦਾਸ ਤੁਸੀਂ ਹੋਵੋਗੇ, ਅਸੀਂ ਕੀ ਹਾਂ? ਪਰ ਆਪਾਂ ਸਾਰੇ ਕੀ ਹਾਂ? ਪਰਮੇਸ਼ਰ ਦੇ ਦਾਸ। ਪਹਿਲਾਂ ਕਿਹਦੇ ਦਾਸ ਸੀਗੇ? ਪਾਪ ਦੀ ਦਾਸ ਸੀਗੀ। ਹਾਲੇਲੂਇਆ। ਪਾਪ ਦੇ ਦਾਸ ਸੀਗੇ, ਪਰ ਹੁਣ ਕਿਹਦੇ ਦਾਸ ਹੋ ਗਏ ਆ? ਪਰਮੇਸ਼ਰ ਦੇ ਦਾਸ ਹੋ ਗਏ। ਇਹ ਕਦੋਂ ਘਟਨਾ ਘਟਦੀ ਆ? ਜਦੋਂ ਕੋਈ ਪਰਮੇਸ਼ਰ ਵੱਲ ਮੁੜਦਾ। ਇਹ ਸਾਰੀਆਂ ਇਕੱਠੀਆਂ ਹੁੰਦੀਆਂ। ਹਾਲੇਲੂਇਆ। ਔਰ ਇਹ ਜਿਹੜੀ ਬਰਕਤ ਆ ਦੁਨੀਆ ਦੇ ਹੋਰ ਕਿਸੇ ਨੂੰ, ਰਾਜੇ ਤੱਕ ਨੂੰ ਵੀ ਮਿਲ ਸਕਦੀ ਨਹੀਂ। ਕਿਸੇ ਗੁਣੀ ਗਿਆਨੀ ਜਪੀ ਤਪਸਵੀ ਨੂੰ ਇਹ ਬਰਕਤ ਮਿਲ ਸਕਦੀ ਨਹੀਂ, ਜਿੰਨੀ ਦੇਰ ਤੱਕ ਯਿਸੂ ਦੇ ਨਾਮ 'ਚ ਉਹਦੇ ਪਾਪ ਮਾਫ ਹੁੰਦੇ ਨਹੀਂ। ਹਾਲੇਲੂਇਆ। ਹਾਂਜੀ ਹਾਂਜੀ। ਪਰਮੇਸ਼ਵਰ ਦਾ ਯਾਜਕ ਬਣੇ। ਹਾਂ,
ਦਾਸ ਹੁਣ ਆਇਆ ਯਾਜਕ। ਪਹਿਲਾਂ ਕੀ ਸੀਗੇ? ਆਪਾਂ ਸਾਰੇ ਜਿਹਨੇ ਕੀ ਹੋ ਗਏ ਆ? ਪਰਮੇਸ਼ਰ ਦੇ ਦਾਸ ਹੋ ਗਏ। ਪਹਿਲਾਂ ਕਾਹਦੇ ਦਾਸ ਸੀ? ਪਾਪ ਦੇ। ਹੁਣ ਯਾਜਕ ਹੋ ਗਏ। ਯਾਜਕ ਹੋ ਗਏ ਕਿ ਉਹਦੇ ਮੰਦਿਰ ਦੀ ਸੇਵਾ ਦਾ ਸਾਨੂੰ ਕੀ ਮਿਲ ਗਿਆ? ਮੌਕਾ ਮਿਲ ਗਿਆ, ਸੁਭਾਗੀ ਮਿਲ ਗਿਆ। ਇਹ ਖੁਸ਼ਕਿਸਮਤੀ ਆ ਸਾਡੀ ਕਿ ਸਾਨੂੰ ਉਹਦੇ ਮੰਦਿਰ ਦੀ ਸੇਵਾ ਕਰਨ ਦਾ ਮੌਕਾ ਮਿਲ ਗਿਆ। ਔਰ ਚ ਲਿਖਿਆ ਆ ਤੁਸੀਂ ਉਹਦਾ ਕੀ ਹੋ? ਮੰਦਿਰ। ਤੁਸੀਂ ਹੋ ਉਹਦੇ ਮੰਦਿਰ। ਹਾਲੇਲੂਇਆ। ਔਰ ਇਸ ਮੰਦਿਰ ਨੂੰ ਸਾਡਾ ਕੰਮ ਕੀ ਕਰਨਾ ਆ? ਮੰਦਿਰ ਨੂੰ ਲਗਾਤਾਰ ਸ਼ੁੱਧ ਰੱਖਣਾ ਆ, ਪਵਿੱਤਰ ਰੱਖਣਾ। ਇਹਦੇ ਚੋਂ ਜਾਨਵਰਾਂ ਵਾਲੇ ਸੁਭਾਅ ਕੀ ਕਰਨੇ ਆ? ਕੱਢਣੇ ਆ। ਸ਼ੇਰ ਵਾਂਗੂ ਜਿਹੜੇ ਦਹਾੜਦੇ ਰਹਿੰਦੇ ਆ, ਬੱਕਰੇ ਵਾਂਗੂ ਜਿਹੜੇ ਮੈਂ ਕਰਦੇ ਰਹਿੰਦੇ ਆ, ਸੱਪ ਵਾਂਗੂ ਜਿਹੜੇ ਪੰਨਾ ਚੱਕਦੇ ਫਿਰਦੇ ਰਹਿੰਦੇ ਆ, ਦੋ ਜ਼ੁਬਾਨੇ ਹੁੰਦੇ ਆ, ਉਹ ਸਾਰੀਆਂ ਚੀਜ਼ਾਂ ਨੂੰ ਕਰਨਾ ਪੈਣਾ, ਕੱਢਣਾ ਪੈਣਾ ਹੈ। ਹਾਲੇਲੂਇਆ, ਹਾਲੇਲੂਇਆ। ਸੋ ਜਾਜਕ ਦੇ ਤੌਰ ਤੇ ਸਾਨੂੰ ਕੀ ਕਰਨਾ ਪੈਣਾ ਆ? ਮੰਦਿਰ ਦੀ ਸਾਰੀ ਦੇਖ ਰੇਖ ਕਰਨੀ ਆ। ਮੰਦਿਰ ਦੇ ਵਿੱਚ ਜਿਹੜਾ ਆ ਉਹਦੇ ਵਿੱਚ ਚਾਨਣਾ ਜਿਹੜਾ ਆ ਉਹ ਲਗਾਤਾਰ ਹੋਣਾ ਆ। ਯਾਨੀ ਕਿ ਤੇਲ ਲਗਾਤਾਰ ਸ਼ਮਾਦਾਨਾਂ 'ਚ ਕੀ ਪਾਉਂਦੇ ਰਹਿਣਾ ਆ? ਪਾਉਂਦੇ ਹੀ ਰਹਿਣਾ ਹੈ। ਆਪਾਂ ਹੁਣ ਰੋਜ਼ ਪਾ ਕੇ ਜਾਂਦੇ ਨਾ, ਜਗਦੇ ਹੁੰਦੇ ਤਾਂ ਹੀ ਆ ਜਾਂਦੇ। ਜਿਹੜਾ ਬੁਝਿਆ ਹੋਵੇ ਉਹਦੇ ਕੋਲ ਬਹਾਨਾ ਹੋ ਜਾਂਦਾ, ਉਹ ਮੈਨੂੰ ਕੰਮ ਪੈ ਗਿਆ, ਮੇਰੀ ਭੂਆ ਆ ਗਈ। ਹਾਲੇਲੂਇਆ। ਉਹ ਮੈਂ ਥੱਕ ਗਿਆ ਸੀ, ਮੈਨੂੰ ਬੋਝ, ਮੈਨੂੰ ਟੈਨਸ਼ਨ ਹੀ ਬੜੀ ਦੇ। ਜਦੋਂ ਮੈਂ ਤੁਰਨ ਲੱਗਾ ਮੇਰਾ ਮੂਡ ਖਰਾਬ ਕਰ ਦਿੱਤਾ। ਹਾਲੇਲੂਇਆ। ਅੱਜ ਤੇਲ ਤੂੰ ਰੱਖੇ ਆਪਣੇ ਕੋ, ਰੌਸ਼ਨੀ 'ਚ ਰਵੇਂ ਤੇ ਤੇਰਾ ਮੂਡ ਕੋਈ ਵੀ ਖਰਾਬ ਕਰ ਸਕਦਾ ਨਹੀਂ। ਤੈਨੂੰ ਪਤਾ ਜਿਹੜਾ ਮੂਡ ਖਰਾਬ ਕਰਦੇ ਮਿੱਟੀ ਆ, ਇਹਨਾਂ ਨੇ ਮਿੱਟੀ ਵਿੱਚ ਮਿਲ ਜਾਣਾ। ਇਹ ਜਿਹੜੇ ਬਿਜ਼ਨਸ ਵੀ ਤੇਰਾ ਮਿੱਟੀ, ਤੇਰਾ ਘਰ ਵੀ ਮਿੱਟੀ, ਤੇਰੀ ਮਾਂ ਪਿਓ ਭੈਣ ਭਰਾ ਸਾਰੇ ਤੇਰੇ ਗਿਆਨ ਸਭ ਕੁਝ ਕੀ ਆ? ਮਿੱਟੀ ਆ। ਇਹ ਮਿੱਟੀ ਆ ਤੇ ਤੂੰ ਵੀ ਮਿੱਟੀ ਆ ਤੇ ਤੂੰ ਵੀ ਮਿੱਟੀ ਵਿੱਚ ਕੀ ਹੋਣਾ? ਇੱਕ ਦਿਨ ਮਿਲ ਜਾਣਾ। ਪਰ ਜੇ ਤੇਰੀ ਕੁੱਪੀ 'ਚ ਤੇਲ ਹੋਊਗਾ ਤੇ ਫਿਰ ਕੀ ਹੋਗਾ? ਰੌਸ਼ਨੀ ਹੋਗੀ। ਫਿਰ ਤੂੰ ਮਿੱਟੀ 'ਚ ਨਹੀਂ ਮਿਲੂਗਾ, ਸਿਤਾਰਿਆਂ ਵਾਂਗੂ ਜਗੂਗਾ ਇੱਕ ਦਿਨ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਤੋ ਇੱਕ ਮਿੱਟੀ 'ਚ ਮਿਲਣ ਲਈ ਆ, ਇੱਕ ਕਿੱਥੇ ਲਈ ਆ? ਸਿਤਾਰਿਆਂ ਵਾਂਗੂ ਆਕਾਸ਼ਾਂ ਦੇ ਉੱਪਰ ਜਗਣ ਦੇ ਲਈ ਆ। ਪਰਮਾਤਮਾ ਦੇ ਨਾਲ ਜਿੱਦਾਂ ਪਰਮਾਤਮਾ ਪ੍ਰਕਾਸ਼ ਆ, ਇਦਾਂ ਇੱਕ ਦਿਨ ਅਸੀਂ ਵੀ ਪ੍ਰਕਾਸ਼ ਹੋਵਾਂਗੇ। ਉਹ ਸਾਨੂੰ ਪ੍ਰਕਾਸ਼ਮਾਨ ਕਰਨ ਲਈ ਹੀ ਆਪਣੀ ਸੰਗਤ ਵਿੱਚ ਰੱਖ ਰਿਹਾ ਹੈ। ਹਾਲੇਲੂਇਆ। ਹਾਂਜੀ, ਨੌਵੀਂ ਗੱਲ ਪਰਮੇਸ਼ਵਰ ਸੇ ਫਿਰ ਮੇਲ ਹੋ ਜਾਂਦਾ। ਪਰਮੇਸ਼ਵਰ ਦੇ ਨਾਲ ਫਿਰ ਦੁਬਾਰਾ ਕੀ ਹੋ ਜਾਂਦਾ ਬਈ? ਆਦਮ ਦੇ ਬਾਗ ਵਿੱਚ ਆਦਮ ਕੀ ਹੋ ਗਿਆ ਸੀਗਾ? ਕੱਢ ਦਿੱਤਾ ਗਿਆ, ਕਿਉਂਕਿ ਇਹਦੇ ਵਿੱਚ ਕੀ ਆ ਗਿਆ? ਪਾਪ ਆ ਗਿਆ। ਔਰ ਇਸ ਆਦਮ ਜਿਹਦੇ ਚ ਪਾਪ ਆ ਗਿਆ, ਇਹ ਪਾਪ ਦੇ ਕਾਰਨ ਇਹਦੇ ਦੁਆਰਾ ਜਿੰਨੇ ਵੀ ਪੈਦਾ ਹੋਈ ਸੰਤਾਨ, ਚਾਹੇ ਹਿੰਦੂ, ਚਾਹੇ ਮੁਸਲਮਾਨ, ਚਾਹੇ ਸਿੱਖ, ਚਾਹੇ ਈਸਾਈ, ਚਾਹੇ ਕੋਈ ਵੀ ਹੋਵੇ, ਉਹ ਸਾਰਿਆਂ ਦੇ ਸਾਰਿਆਂ ਵਿੱਚ ਕੀ ਪਾਇਆ ਜਾਂਦਾ ਹੈ? ਪਾਪ ਪਾਇਆ ਜਾਂਦਾ। ਹਾਲੇਲੂਇਆ। ਇਸ ਲਈ ਪਾਪ ਦੇ ਕਾਰਨ ਆਦਮ ਦੇ ਬਾਗ ਵਿੱਚੋਂ ਕੱਢ ਦਿੱਤਾ ਗਿਆ। ਪਰਮੇਸ਼ਰ ਨਾਲ ਸੰਬੰਧ, ਪਰਮੇਸ਼ਰ ਦੇ ਆਤਮਾ ਨਾਲ ਆਦਮ ਦੇ ਆਤਮਾ ਦਾ ਸੰਬੰਧ ਟੁੱਟ ਗਿਆ। ਪਰ ਹੁਣ ਜਦੋਂ ਕੋਈ ਪਰਮੇਸ਼ਰ ਵੱਲ ਮੁੜਦਾ ਆ ਤੇ ਪਰਮੇਸ਼ਰ ਦੇ ਨਾਲ ਇਨਸਾਨ ਦੇ ਆਤਮਾ ਦਾ ਪਰਮੇਸ਼ਰ ਦੇ ਆਤਮਾ ਦੇ ਨਾਲ ਸੰਬੰਧ ਕੀ ਹੋ ਜਾਂਦਾ? ਫਿਰ ਮੇਲ ਹੋ ਜਾਂਦਾ। ਹਾਂਜੀ, 10ਵੀਂ ਗੱਲ ਪਵਿੱਤਰ ਲੋਗੋ ਵੀ ਗਿਣੇ ਜਾਂਦੇ। ਹਾਂ, ਪਵਿੱਤਰ ਲੋਕਾਂ 'ਚ ਕੀ ਕੀਤੇ ਜਾਂਦੇ ਆ ਭਲਾ? ਗਿਣੇ ਜਾਂਦੇ। ਹੁਣ ਅਸੀਂ ਕਿਹਨੇ ਲੋਕਾਂ 'ਚ ਗਿਣੇ ਜਾਂਦੇ ਆ? ਪਵਿੱਤਰ। ਹਾਂ, ਜਦੋਂ ਪਰਮੇਸ਼ਰ ਸੰਸਾਰ ਨੂੰ ਦੇਖਦਾ ਤੇ ਵਚਨ 'ਚ ਲਿਖਿਆ ਕੋਈ ਧਰਮੀ ਨਹੀਂ, ਕੋਈ ਧਰਮੀ ਨਹੀਂ, ਇੱਕ ਵੀ ਨਹੀਂ। ਪਰ ਬਾਣੀ ਦੱਸਦੀ ਪਰਮੇਸ਼ਰ ਉਹਨਾਂ ਨੂੰ ਧਰਮੀ ਠਹਿਰਾ ਰਿਹਾ ਆ ਜਿਹੜੇ ਯਿਸੂ ਮਸੀਹ ਦੇ ਨਾਮ ਵਿੱਚ ਆਪਣੇ ਪਾਪ ਨੂੰ ਕੀ ਕਰ ਲੈਂਦੇ ਆ? ਮੰਨ ਲੈਂਦੇ। ਹਾਲੇਲੂਇਆ। ਸਾਨੂੰ ਧਰਮੀ ਠਹਿਰਾ ਰਿਹਾ, ਸਾਨੂੰ ਪਵਿੱਤਰਾਂ ਦੇ ਵਿੱਚ ਗਿਣ ਰਿਹਾ, ਔਰ ਸਾਨੂੰ ਪਵਿੱਤਰ ਲੋਕਾਂ ਦੇ ਵਿੱਚ ਕੀ ਕਰ ਰਿਹਾ ਆ? ਬਿਠਾ ਰਿਹਾ। ਪਤਵੰਤਿਆਂ ਦੇ ਵਿੱਚ ਸਾਨੂੰ ਕੀ ਕਰ ਰਿਹਾ ਆ? ਬਿਠਾ ਰਿਹਾ। ਹਾਲੇਲੂਇਆ। ਸੋ ਆਓ, ਇਹ ਪਹਿਲੂ ਸੀਗਾ ਜਦੋਂ ਕੋਈ ਪਰਮੇਸ਼ਰ ਵੱਲ ਮੁੜਦਾ ਆ ਤੇ ਪਰਮੇਸ਼ਰ ਪਿਤਾ ਵੱਲੋਂ ਇਹ ਬਰਕਤਾਂ, ਆਸ਼ੀਸ਼ਾਂ ਜਾਂ ਇਹ ਕੰਮ ਉਹਦੇ ਜੀਵਨ ਵਿੱਚ ਹੁੰਦੇ ਆ। ਤੇ ਹੁਣ ਆਪਾਂ ਦੇਖਦੇ ਹਾਂ, ਇੱਕ ਤਾਂ ਹੈ ਪਿਤਾ ਪਰਮੇਸ਼ਵਰ, ਇੱਕ ਹੈਗਾ ਪੁੱਤਰ ਪਰਮੇਸ਼ਵਰ। ਕੌਣ ਬਣਾ? ਪੁੱਤਰ ਪਰਮੇਸ਼ਵਰ ਅਰਥਾਤ ਯਿਸੂ ਮਸੀਹ। ਇਹ ਤਾਂ ਪਿਤਾ ਪਰਮੇਸ਼ਵਰ ਵੱਲੋਂ ਤੇ ਇਹ ਕੰਮ ਹੋ ਗਏ। ਤੇ ਪੁੱਤਰ ਵੱਲੋਂ ਕੀ ਕੰਮ ਹੁੰਦੇ ਆ? ਇੱਕ ਦੋ ਕੰਮਾਂ ਨੂੰ ਸੁਣ ਕੇ ਆਪਾਂ ਫਿਰ ਪ੍ਰਾਰਥਨਾ ਕਰਦੇ ਹਾਂ। ਇਹਨਾਂ ਤੁਸੀਂ ਲਿਖ ਲਓ, ਇਹ ਜਿਹੜੇ 10 ਕੰਮ ਸੀ ਇਹਨਾਂ ਦੀ ਸ਼ੁਰੂਆਤ 'ਚ ਸੀਗੇ, ਉਹ ਪਰਮੇਸ਼ਰ ਦੇ ਨਾਲ ਸੰਬੰਧਿਤ ਸੀ। ਹੁਣ ਪੁੱਤਰ ਦੇ ਨਾਲ ਸੰਬੰਧਿਤ ਕੀ ਕੰਮ ਹੁੰਦੇ? ਸਾਡੀ ਆਤਮਿਕ ਜ਼ਿੰਦਗੀ ਦੀ ਗੱਡੀ ਜਿਹੜੀ ਚੱਲਦੀ ਆ, ਉਹ ਕੱਲੇ ਪਾਪ ਦੀ ਮਾਫੀ ਨਾਲ ਨਹੀਂ ਚੱਲ ਰਹੀ, ਉਹਦੇ ਨਾਲ ਬੜਾ ਕੁਝ ਹੋ ਗਿਆ ਹੈ ਜਿਹਦੇ ਤੋਂ ਅੱਜ ਦੁਨੀਆ ਕੀ ਆ? ਅਣਜਾਣ ਆ, ਉਹਦੇ ਲਈ ਧਿਆਨ ਨਹੀਂ ਕਰਦੀ। ਇਹ ਪੁਰਜੇ ਹਮੇਸ਼ਾ ਠੀਕ ਰੱਖਣੇ ਆ ਮਰਦੇ ਦਮ ਤੱਕ। ਹਾਲੇਲੂਇਆ। ਇਹਨਾਂ ਦੇ ਵਿੱਚ ਗਰੀਸ ਪੂਰੀ ਸਹੀ ਰਹਿਣੀ ਚਾਹੀਦੀ ਹੈ। ਇਹ 'ਚ ਜਾਮ ਲੱਗਣਾ ਚਾਹੀਦਾ ਨਹੀਂ।
हर पुर्जा जिहड़ा फ्रैश रहना चाहिए, समय ते इहदी सर्विस होनी चाहिए। हालेलुया। फिर ही ये गड्डी कित्थों तक पहुंचूगी? स्वर्गां तक। हालेलुया। सो आ जाओ परमेश्वर पुत्र दे नाल संबंधित ਅਸੀਂ ਉਹਦੇ ਪਿਆਰੇ ਵਿੱਚ, ਅਸੀਂ ਉਹਦੇ ਯਾਨੀ ਕਿ ਅਸੀਂ ਪਰਮੇਸ਼ਰ ਦੇ ਪਿਆਰੇ ਵਿੱਚ ਸਵੀਕਾਰ ਕੀਤੇ ਜਾਂਦੇ ਹਾਂ। ਨੰਬਰ 1 ਗੱਲ ਆ ਪੁੱਤਰ ਦੇ ਵੱਲੋਂ ਜਿਹੜੀਆਂ ਪੁੱਤਰ ਦੇ ਨਾਲ ਸੰਬੰਧਿਤ ਗੱਲਾਂ ਸੁਣਾਂਗੇ। ਪਹਿਲਾਂ ਪਿਤਾ ਦੇ ਨਾਲ ਸੰਬੰਧਿਤ ਗੱਲਾਂ ਨੂੰ ਦੇਖਿਆ ਜਿਹੜੀਆਂ ਰੱਬ ਵੱਲ ਮੁੜਨ ਵਾਲੇ ਲੋਕਾਂ ਦੇ ਨਾਲ ਹੁੰਦੀਆਂ। ਅਸੀਂ ਪੁੱਤਰ ਦੇ ਦੁਆਰਾ ਉਹਨਾਂ ਨਾਲ ਕੀ ਗੱਲਾਂ ਹੁੰਦੀਆਂ? ਪਰਮੇਸ਼ਰ ਦੇ ਪਿਆਰੇ ਵੱਲੋਂ ਸਵੀਕਾਰ ਕੀਤੇ ਜਾਂਦੇ ਹਨ। यानी कि परमेश्वर का प्यारे यानी कि पुत्र वालों असी की किते जाने हैं? स्वीकार किते जाने। इफ्सियों 1:6 आए। इफ्सियों दे खत 1:6 आए। पई ओदी किरपा दी महिमा दी उस्तत होवे जेड़ी ओने उस प्यारे विच सानू बख्श दित्ती। हाँ दोबारा पई ओदी किरपा दी महिमा दी उस्तत होवे। ओदी किरपा दी महिमा दी उस्तत होवे। आ जिहड़ी किरपा दी महिमा है ना, जदों ओदी किरपा साडे ते होई सानू ਉਹ ਥਾਂ ਦੇ ਦਿੱਤਾ ਜਿਹਦੇ ਅਸੀਂ ਲਾਇਕ ਨਹੀਂ ਸੀ ਤੇ ਅਸੀਂ ਉਹ ਜਦੋਂ ਦੇਖਦੇ ਵੀ ਇਹਦੇ ਤਾਂ ਅਸੀਂ ਲਾਇਕ ਹੀ ਨਹੀਂ ਸੀ, ਫਿਰ ਅਸੀਂ ਰੱਬ ਦੀ ਕੀ ਕਰਦੇ ਭਲਾ? ਮਹਿਮਾ ਕਰਦੇ, ਵਡਿਆਈ ਕਰਦੇ, ਧੰਨਵਾਦ ਕਰਦੇ, ਸ਼ੁਕਰ ਕਰਦੇ ਆ ਰੱਬਾ ਤੇਰਾ ਸ਼ੁਕਰ ਹੋਵੇ ਮੈਂ ਇਸ ਲਾਇਕ ਨਹੀਂ ਸੀਗਾ। ਸੋ ਪੜ੍ਹੀ ਦੁਬਾਰਾ। पई ओदी किरपा दी महिमा दी उस्तत होवे जेड़ी ओने उस प्यारे विच सानू बख्श दित्ती। हाँ ये किरपा भी साडे कोल साडे ते किहदे द्वारा होई आ? उस प्यारे द्वारा यानी कि पुत्र दे द्वारा साडे ते किरपा होई आ। सो जेकर परमात्मा ने सानू जदों असीं ओहदे वल नूं मुड़े आ ते सानू स्वीकार कीता आ ते ਉਹ सानू डायरेक्ट स्वीकार कीता नहीं। किहदे द्वारा स्वीकार कीता आ? पुत्र दे द्वारा, प्रभु यीशु मसीह के द्वारा ही स्वीकार किया। अज दुनिया लगी हुई है, असीं डायरैक्ट ही परमेश्वर नूं प्रसन्न कर लांगे, असीं डायरैक्ट ही उहदे नाल संबंध जोड़ लवांगे। वो अपनी भगती नाल, रिधि निधि सिद्धि नाल, अपनी जाति दे नाल, अपनी भी मजहबां दे कुछ भी तंत्र विद्या नाल किसी भी तरीके दे नाल वो करना चाहुंदे परमेश्वर नाल सिद्धा संपर्क स्थापित, पर असल दे विच उहनां दा सच्चे परमेश्वर दे नाल संपर्क हो नहीं रहा। हालेलुया। वो परमेश्वर के रूप में एक दूसरी शक्ति भी जिहड़ी खुदा ने रखी हुई आ, ਉਹਦੇ ਨਾਲ ਉਹਨਾਂ ਦਾ ਕੀ ਹੋ ਰਿਹਾ ਆ? ਸੰਪਰਕ ਹੋ ਰਿਹਾ। ਉਹਨੂੰ ਸਮਝ ਲੈਂਦੇ ਕੀ ਆ? ਪਰਮੇਸ਼ਰ ਹੈ। ਉਹਦੀ ਸ਼ਕਤੀ ਨੂੰ ਦੇਖ ਕੇ ਕੀ ਕਹਿੰਦੇ? ਇਹ ਪਰਮੇਸ਼ਰ ਦੀ ਸ਼ਕਤੀ ਆ। ਉਹਦੇ ਦੁਆਰਾ ਕੀਤਾ ਹੋਇਆ ਚਮਤਕਾਰ ਨੂੰ ਕੀ ਕਹਿੰਦੇ? ਕਿਹਦਾ ਚਮਤਕਾਰ ਆ? ਪਰਮੇਸ਼ਰ ਦਾ ਚਮਤਕਾਰ। ਹਾਲੇਲੂਇਆ ਹਾਲੇਲੂਇਆ। ਪਰ परमेश्वर के द्वारा साडी जिंदगी च अगर चमत्कार होना है तो किहदे वसीले दे नाल होना है? यीशु के वसीले तो बगैर चमत्कार हो रहा है तो समझ लो कोई होर शक्ति के द्वारा चमत्कार हो रहा है। क्यों जिहड़ा चमत्कार होया है वो चमत्कार होने के बावजूद भी असीं जदों मरांगे तो कित्थे जावांगे? दूसरी शक्ति के द्वारा साडा बिजनेस सैट हो भी गया, मरांगे कित्थे जावांगे? बैंक बैलेंस बन भी गया, मरांगे कित्थे जावांगे? क्योंकि परमेश्वर वालों स्वीकार होया नहीं। वो कोई होर ही तेनू भरमा के तेरी जिंदगी चमत्कार करता गया, तेनू भगती च मजबूत करता गया। इन्नी तेरी भगती हो गई कि अपनी नौकरी भी उस शक्ति के कारण छड्ड दी, उहदे ते सारा निछावर करता, उहदे डेरे ते जाके बह गया सब कुछ छड्ड के, पर मरिया ते कित्थे गया? क्योंकि तेरी भगती स्वीकार किहदे द्वारा होनी है? ये है यीशु के नाल संबंधित जो साडी जीवन च घटना घटती है, जिसे समझना बहुत जरूरी है। त्याग करने वाले कले यीशु मसीह मनने वाले विच नहीं, त्याग करने वाले दुनिया च होर भी बहुत है, बहुत वड्डे वड्डे त्याग करने वाले हैं, पर उन्हां दे त्याग दा मुल पैना नहीं। क्योंकि वचन च लिखिआ तुहाडे धर्म दे काम जिहड़े तुसीं करदे आ वो मेरे सामने की आ? पाटियां लीरां। जिहड़े तुसीं धर्म दे काम करदे वो की है भला? जिन्नी भी भक्ति करते पाटियां लीरा वांगू। पाटियां लीरा नूं आपां कर दिंदे कूड़ेदान च सिट दिंदे आ। इसे तरीके नाल साडी जो भी असीं धार्मिकता कर रहे हैं, धर्म के काम कर रहे हैं, एक दिन की पाटियां लीरा वांगू सानूं कित्थे सिटता जाऊगा? नरक दी अग च। हालेलुया। हाँ जी, दूसरी गल पढ़ के फिर प्रार्थना करते आपां। मसीह दे शरीर विच बपतिस्मा दिता जाता है। शरीर
ਮਸੀਹ ਦੇ ਸਰੀਰ ਵਿੱਚ ਬਪਤਿਸਮਾ ਦਿੱਤਾ ਜਾਂਦਾ ਹੈ। ਯਾਨੀ ਕਿ ਪੁੱਤਰ ਵੱਲੋਂ ਕੀ ਸਾਡੇ ਤੇ ਘਟਨਾ ਵਾਪਰਦੀ ਆ। ਪਹਿਲੀ ਗੱਲ, ਪੁੱਤਰ ਦੇ ਥਰੂ ਅਸੀਂ ਕੀਤੇ ਜਾਂਦੇ ਆ, ਪਰਮੇਸ਼ਰ ਨੂੰ ਸਵੀਕਾਰ ਕਰਦਾ। ਪਰਮੇਸ਼ਰ ਪੁੱਤਰ ਨੂੰ ਪਰੇ ਰੱਖ ਕੇ ਸਾਡੀ ਕੋਈ ਵੀ ਜਪ ਤਪ ਦੇ ਕੇ ਸਾਨੂੰ ਸਵੀਕਾਰ ਕਰ ਸਕਦਾ ਨਹੀਂ, ਕਿਉਂਕਿ ਪੁੱਤਰ ਹੀ ਨੇਕ ਹੋਇਆ, ਪੁੱਤਰ ਹੀ ਸਿੱਧ ਹੋਇਆ, ਪੁੱਤਰ ਹੀ ਉਹ ਪੁਰਖ ਹੋਇਆ ਜਿਹੜਾ ਪੂਰਾ ਪੁਰਖ ਆ। ਹਾਲੇਲੂਇਆ। ਪੁੱਤਰ ਹੀ ਉਹ ਪ੍ਰਭੂ ਆ ਜਿਹੜਾ ਪੂਰਾ ਪ੍ਰਭੂ ਆ। ਇਸ ਲਈ ਪੁੱਤਰ ਤੋਂ ਬਗੈਰ ਹੋਰ ਕੋਈ ਵੀ ਆ, ਜਿੰਨੇ ਵੀ ਮਨੁੱਖ ਦੇ ਰੂਪ ਦੇ ਵਿੱਚ ਪੈਦਾ ਹੋਏ, ਸਾਰਿਆਂ ਵਿੱਚ ਕੀ ਪਾਇਆ ਗਿਆ? ਪਾਪ ਪਾਇਆ ਗਿਆ। ਇਸ ਲਈ ਉਹਦੀ ਕਿਸੇ ਦੀ ਵੀ ਧਾਰਮਿਕਤਾ ਨੂੰ ਦੇਖ ਕੇ ਪਰਮੇਸ਼ਰ ਪੁੱਤਰ ਨੂੰ ਪਰੇ ਰੱਖ ਕੇ ਉਹਨੂੰ ਸਵੀਕਾਰ ਕਰ ਸਕਦਾ ਨਹੀਂ, ਕਿਉਂਕਿ ਪੁੱਤਰ ਵਿੱਚ ਉਹ ਪੂਰਾ ਬਲੀਦਾਨ ਪਾਇਆ ਗਿਆ ਜਿਹੜਾ ਇੱਕ ਸਿੱਧ ਬਲੀਦਾਨ ਕਹਾਉਂਦਾ ਹੈ। ਹਾਲੇਲੂਇਆ। ਆਜੋ ਪਹਿਲਾ ਕਰੰਥੀਆਂ 12 ਦੇ ਉਹਦੀ 13 ਆਏ। ਕਿਉਂ ਜੋ ਅਸਾਂ ਸਭਨਾਂ ਨੂੰ ਕੀ ਯਹੂਦੀ ਕੀ ਯੂਨਾਨੀ ਕੀ ਗੁਲਾਮ ਕੀ ਆਜ਼ਾਦ ਇੱਕ ਸਰੀਰ ਬਣਨ ਲਈ ਇੱਕੋ ਆਤਮਾ ਨਾਲ ਬਪਤਿਸਮਾ ਦਿੱਤਾ ਗਿਆ ਅਤੇ ਅਸਾਂ ਸਭਨਾਂ ਨੂੰ ਇੱਕ ਆਤਮਾ ਪਿਆਇਆ ਗਿਆ। ਹਾਂ, ਹਾਲੇਲੂਇਆ। ਸਾਨੂੰ ਸਾਰਿਆਂ ਨੂੰ ਇੱਕੋ ਹੀ ਆਤਮਾ ਕੀ ਕੀਤਾ ਗਿਆ ਆ? ਪਿਆਇਆ ਗਿਆ। ਦੁਬਾਰਾ ਪੜ੍ਹੀਏ ਸ਼ੁਰੂ ਤੋਂ। ਕਿਉਂ ਜੋ ਅਸਾਂ ਸਭਨਾਂ ਨੂੰ ਕੀ ਯਹੂਦੀ ਕੀ ਯਹੂਦੀ ਕੀ ਯੂਨਾਨੀ ਕੀ ਗੁਲਾਮ ਕੀ ਆਜ਼ਾਦ ਇੱਕ ਸਰੀਰ ਬਣਨ ਲਈ ਅਸੀਂ ਕਿਸੇ ਵੀ ਮਜ਼ਹਬ ਦੇ ਹੋਈਏ, ਸਾਨੂੰ ਪ੍ਰਮਾਤਮਾ ਦੇ ਘਰ ਵਿੱਚ ਜਦੋਂ ਆਉਣ ਦਾ ਮੌਕਾ ਮਿਲਿਆ, ਸਾਨੂੰ ਕੀ ਕਰਤਾ ਗਿਆ? ਇੱਕ ਸਰੀਰ ਕਰਤਾ ਗਿਆ। ਹਾਲੇਲੂਇਆ। ਮੰਨ ਲਓ ਆ ਹਿੰਦੂ ਆ ਮੁਸਲਮਾਨ ਆ ਸਿੱਖ ਆ ਈਸਾਈ ਆ, ਵੱਖਰੇ ਵੱਖਰੇ ਅੰਗਾਂ ਨੂੰ ਕੀ ਕਰਤਾ ਗਿਆ? ਇੱਕ ਕਰਤਾ ਗਿਆ। ਕਿਹਦੇ ਵਿੱਚ? ਮਸੀਹ ਦੇ ਵਿੱਚ। ਹਾਲੇਲੂਇਆ। ਸੋ ਇਹਦਾ ਮਤਲਬ ਜਦੋਂ ਕੋਈ ਖੁਦਾ ਵੱਲ ਪਰਮੇਸ਼ਰ ਵੱਲ ਮੁੜਦਾ ਆ ਕਿ ਪਰਮੇਸ਼ਰ ਕੀ ਕਰਦਾ ਆ? ਆਪਣੇ ਪੁੱਤਰ ਦੇ ਸਰੀਰ ਚ ਉਹਨੂੰ ਕੀ ਕਰ ਲੈਂਦਾ? ਸ਼ਾਮਲ ਕਰ ਦਿੰਦਾ। ਪੁੱਤਰ ਦੇ ਸਰੀਰ ਦਾ ਅੰਗ ਹੋਣ ਦਾ ਉਹਨੂੰ ਸੁਭਾਗ ਦੇ ਦਿੰਦਾ। ਹਾਲੇਲੂਇਆ। ਹਾਂਜੀ ਠੀਕ ਹੈ ਜੀ। ਪੁੱਤਰ ਦੇ ਸਰੀਰ ਦੇ ਅੰਗ ਹੋਣ ਦਾ ਸੁਭਾਗੀ ਮਿਲ ਜਾਂਦਾ ਸਾਨੂੰ। ਠੀਕ ਹੈ ਜੀ। ਖੁਦਾ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ। ਪ੍ਰਾਰਥਨਾ ਕਰਦੇ ਹਾਂ। एक जरूरी अनाउंसमेंट है, अगर कोई लाइव है तो देख लेना, बाद च अगर सुनेगा ध्यान करना। WhatsApp कल तो असी यूज़ नहीं कर रहे और तुसी सिग्नल डाउनलोड कर लेना है और कल परसों के तुसी सिग्नल का सानू भेज देना है, साडे नाल संपर्क कर लेना है ताकि तुहानू कोई भी जानकारी असी पहुँचा सकीए। सो WhatsApp पर किसी भी जानकारी के भुलेखे च ना रहो, कोई जानकारी नहीं दी जाऊगी। और फेसबुक पर भी जो प्रोग्राम साढ़ा चलूगा वो मैसेंजर पर ही असी वह लिंक भेजांगे, होर किसी थ्रू नहीं। सो ध्यान रखना सारे ने। सो कल के दिन के सानू अपने सारे सिग्नल का दे देना ताकि तुहानू साडी बंदगी कित्थे है, की हिसाब किताब कितना, जो भी साडी इन्फॉर्मेशन है तुहानू सारी दे दी जाया करेगी। हालेलुया। प्रार्थना करते हैं। प्रभु जी धन्यवाद हो अज दिन लई, इस समय लई और खुदावन तेरे लोगों ने प्रभु जिन्हों ने खुदावन ने तेरी बाणी को सुन लिया है। मैं प्रार्थना करता ये बाणी तेरे लोगों के दिलों में जड़ फड़ जाए और हर बंधन प्रभाव नष्ट हो जाए। बड़ी कृपा करते हैं प्रभु यीशु मसीह नाम दे विच। आमीन। हुण साडे खुदावन दा फजल, बाप दी मोहब्बत, पवित्र आत्मा दा पातशाह हुण तो लैके हमेशा तक सब ईमानदारां को सैनाल नाम दी रहे। आमीन। आमीन।